ਅਕਾਲ ਦੋਸਤੋ, ਮੈਂ ਹਾਂ ਜੀਤ ਹਰਜੀਤ। ਅੱਜ ਮੈਂ ਤੁਹਾਡੇ ਨਾਲ ਪ੍ਰਗਟ ਸਿੰਘ ਸਤੌਜ ਦੀ ਕਹਾਣੀ ਮੌਸਮ ਠੀਕ ਨਹੀਂ ਸਾਂਝੀ ਕਰ ਰਿਹਾ। ਪੇਸ਼ ਹੈ ਕਹਾਣੀ ਮੌਸਮ ਠੀਕ ਨਹੀਂ। ਮੈਂ ਕਿੰਨੀ ਹੀ ਦੇਰ ਤੋਂ ਖੜੀ ਪੇਂਟਿੰਗ ਨੂੰ ਨਿਹਾਰ ਰਹੀ ਹਾਂ। ਪੇਂਟਿੰਗ ਵਿੱਚ ਸੁਰਮਈ ਰਾਤ ਦਾ ਦ੍ਰਿਸ਼ ਹੈ। ਦੂਰ ਬਿਜਲੀ ਲਿਸ਼ਕ ਰਹੀ ਹੈ, ਟਾਵੀਂ ਟਾਵੀਂ ਕਣੀ ਡਿੱਗ ਰਹੀ ਹੈ। ਇੱਕ ਔਰਤ ਕਾਨਿਆਂ ਦੇ ਛੱਪਰ ਹੇਠ ਖੜੀ ਬੜੀ ਉਤਸੁਕਤਾ ਨਾਲ ਬਾਹਰ ਵੱਲ ਵੇਖ ਰਹੀ ਹੈ, ਜਿਵੇਂ ਕਿਸੇ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੋਵੇ। ਮੈਂ ਜਦੋਂ ਵੀ ਇਸ ਤਸਵੀਰ ਨੂੰ ਵੇਖਦੀ ਹਾਂ, ਮੇਰੇ ਅੰਦਰ ਕੁਝ ਟੁੱਟਣ ਲੱਗਦਾ ਹੈ। ਸੋਚਦੀ ਹਾਂ, ਜਿਸ ਨੂੰ ਵੀ ਇਹ ਉਡੀਕ ਰਹੀ ਹੈ, ਉਹ ਆਇਆ ਕਿਉਂ ਨਹੀਂ? ਇਹ ਹੁਣ ਕਿੰਨੀ ਦੇਰ ਇੱਥੇ ਖੜੀ ਉਡੀਕ ਕਰਦੀ ਰਹੇਗੀ? ਫਿਰ ਆਪ ਹੀ ਜਵਾਬ ਕੱਢ ਲੈਂਦੀ ਹਾਂ, ਸ਼ਾਇਦ ਉਹ ਮੌਸਮ ਖਰਾਬ ਹੋਣ ਕਰਕੇ ਨਾ ਆਇਆ ਹੋਵੇ। ਫਿਰ ਆਪਣੀਆਂ ਹੀ ਘੜੀਆਂ ਕਲਪਨਾਵਾਂ 'ਤੇ ਹੱਸ ਪੈਂਦੀ ਹਾਂ। ਮੈਂ ਵੀ ਕਿੰਨੀ ਝੱਲੀ ਹਾਂ, ਆਪਣੀ ਕਲਪਨਾ ਨਾਲ ਨਿਰਜੀਵ ਵਸਤੂਆਂ ਵਿੱਚ ਵੀ ਜਾਨ ਪਾ ਦਿੰਦੀ ਹਾਂ। ਫਿਰ ਉਹਨਾਂ ਸੰਬੰਧੀ ਕਹਾਣੀਆਂ ਘੜ ਕੇ ਖੁਦ ਹੀ ਦੁਖੀ ਹੁੰਦੀ ਰਹਿੰਦੀ ਹਾਂ। ਮੈਂ ਪੇਂਟਿੰਗ 'ਤੇ ਹੱਥ ਫੇਰਦੀ ਹਾਂ, ਜਿਵੇਂ ਕਿਸੇ ਦੇ ਚਿਹਰੇ ਨੂੰ ਪਿਆਰ ਨਾਲ ਪਲੋਸ ਰਹੀ ਹੋਵਾਂ, ਜਾਂ ਉਸ ਪੇਂਟਿੰਗ ਵਿਚਲੀ ਔਰਤ ਦੇ ਅੱਖਾਂ 'ਚੋਂ ਗੱਲਾਂ ਤੱਕ ਸਰਕ ਆਏ ਅੱਥਰੂ ਪੂੰਝ ਰਹੀ ਹੋਵਾਂ। ਜਿਸ ਦਿਨ ਦੀ ਉਹ ਮੈਨੂੰ ਇਹ ਪੇਂਟਿੰਗ ਦੇ ਕੇ ਗਿਆ ਹੈ, ਉਸ ਦਿਨ ਤੋਂ ਹੀ ਪਤਾ ਨਹੀਂ ਮੈਂ ਕਿਹੜੇ ਸੁਪਨ ਸੰਸਾਰ ਵਿੱਚ ਗੁਆਚੀ ਰਹਿੰਦੀ ਹਾਂ। ਇੱਕ ਦਿਨ ਉਹ ਅਚਾਨਕ ਮੇਰੇ ਸਕੂਲ ਆ ਗਿਆ ਸੀ। ਮੈਂ ਪਛਾਣ ਲਿਆ ਸੀ ਕਿ ਮੇਰਾ ਈਟੀਟੀ ਵੇਲੇ ਦਾ ਜਮਾਤੀ ਹੈ। ਮੈਂ ਪਹਿਲਾਂ ਤਾਂ ਉਸਦੇ ਮੂੰਹੋਂ ਆਪਣਾ ਨਾਮ ਸੁਣ ਕੇ ਹੈਰਾਨ ਰਹਿ ਗਈ। ਇਸ ਨੂੰ ਮੇਰਾ ਨਾਮ ਕਿਵੇਂ ਯਾਦ ਹੈ? ਇਹ ਤਾਂ ਡਾਈਟ ਵਿੱਚ ਕੁੜੀਆਂ ਤੋਂ ਬੜਾ ਦੂਰ ਦੂਰ ਰਹਿੰਦਾ ਸੀ। ਚੁੱਪ ਚਪੀਤਾ, ਆਪਣੇ ਆਪ ਵਿੱਚ ਗੁਆਚਿਆ ਹੋਇਆ। ਮੇਰਾ ਆਪਣਾ ਸੁਭਾਅ ਵੀ ਝਿਜਕ ਵਾਲਾ ਸੀ, ਇਸ ਕਰਕੇ ਵੀ ਮੈਂ ਉਸਦਾ ਨਾਮ ਯਾਦ ਨਹੀਂ ਸੀ। ਸਿਰਫ ਚਿਹਰਾ ਪਛਾਣਦੀ ਸਾਂ। ਮੈਂ ਪਛਾਣ ਕੇ ਉਸਨੂੰ ਕੁਰਸੀ ਉੱਪਰ ਬੈਠਣ ਦਾ ਇਸ਼ਾਰਾ ਕਰ ਦਿੱਤਾ। ਉਸਨੇ ਕੁਰਸੀ 'ਤੇ ਬੈਠਦਿਆਂ ਹੱਸਦਿਆਂ ਮੈਨੂੰ ਪੁੱਛਿਆ, ਪਛਾਣ ਗਏ ਮੈਡਮ ਜੀ? ਹਾਂ, ਤੁਸੀਂ ਸਾਡੀ ਡਾਈਟ ਦੇ ਪ੍ਰਸਿੱਧ ਸ਼ਖਸ ਸੀ। ਉਹ ਵਧੀਆ ਚਿੱਤਰਕਾਰ ਹੋਣ ਕਰਕੇ ਸਭ ਦੀ ਨਜ਼ਰ ਵਿੱਚ ਸੀ। ਮੇਰਾ ਨਾਮ ਕੀ ਹੈ ਭਲਾ? ਉਸਨੇ ਫਿਰ ਉਸੇ ਲਹਿਜੇ ਵਿੱਚ ਪੁੱਛਿਆ। ਮਾਫ਼ ਕਰਨਾ, ਨਾਮ ਤਾਂ ਯਾਦ ਨਹੀਂ। ਮੈਨੂੰ ਆਪਣੇ ਆਪ 'ਤੇ ਗੁੱਸਾ ਆਇਆ। ਮੈਂ ਡਾਈਟ ਵਿੱਚ ਸਭ ਨਾਲ ਖੁੱਲ੍ਹੀ ਕਿਉਂ ਨਹੀਂ ਸੀ? ਗੁਰਜੀਤ ਹੈ ਮੇਰਾ ਨਾਮ। ਤੁਹਾਡਾ ਨਾਮ ਰੂਬਲਪ੍ਰੀਤ। ਉਸਨੇ ਮੇਰਾ ਨਾਮ ਲੈ ਕੇ ਮੈਨੂੰ ਹੈਰਾਨ ਕਰ ਦਿੱਤਾ ਸੀ। ਫਿਰ ਉਸਦੀਆਂ ਅਗਲੀਆਂ ਗੱਲਾਂ ਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ। ਤੁਹਾਡਾ ਪਿੰਡ ਵਾਲੀਆਂ ਹੈ। ਤੁਹਾਡੇ ਪਤੀ VSNL 'ਚ JE ਨੇ। ਸਰ, ਤੁਹਾਨੂੰ ਮੇਰੇ ਬਾਰੇ ਇੰਨਾ ਕਿਵੇਂ ਪਤਾ ਹੈ? ਮੈਂ ਬੇਹੱਦ ਹੈਰਾਨ ਸੀ ਕਿ ਪੂਰੇ 15 ਸਾਲਾਂ ਬਾਅਦ ਮਿਲਿਆ ਨਾਲ ਪੜ੍ਹਦਾ ਮੁੰਡਾ ਮੇਰੇ ਬਾਰੇ ਇੰਨਾ ਕੁਝ ਜਾਣਦਾ ਹੈ। ਉੱਪਰੋਂ ਉਹ ਮੁੰਡਾ ਜਿਸ ਨੂੰ ਕਦੀ ਕੁੜੀਆਂ ਨਾਲ ਗੱਲਾਂ ਕਰਦਿਆਂ ਵੀ ਨਹੀਂ ਵੇਖਿਆ ਸੀ। ਅਸੀਂ 2 ਸਾਲ ਇਕੱਠੇ ਪੜ੍ਹੇ, 2.5 ਸਾਲ ਧਰਨੇ ਮੁਜ਼ਾਹਰਿਆਂ 'ਤੇ ਜਾਂਦੇ ਰਹੇ। ਇੰਨੇ ਸਮੇਂ 'ਚ ਇਸਨੇ ਮੇਰੇ ਨਾਲ ਇੱਕ ਦਿਨ ਵੀ ਜ਼ੁਬਾਨ ਸਾਂਝੀ ਨਹੀਂ ਸੀ ਕੀਤੀ। ਇਹ ਮੇਰੇ ਬਾਰੇ ਇੰਨਾ ਕੁਝ ਜਾਣਦਾ ਹੈ? ਮੇਰੀ ਗੱਲ ਦਾ ਜਵਾਬ ਉਸਨੇ ਨੀਵੀਂ ਪਾ ਕੇ ਇੰਨਾ ਕੁ ਹੀ ਦਿੱਤਾ ਸੀ, ਬਸ ਉਂਝ ਹੀ। ਮੈਂ ਉਸਦੇ ਅਜੇ ਉਂਝ ਹੀ ਵਿੱਚ ਉਲਝੀ ਹੋਈ ਸਾਂ ਕਿ ਉਸਨੇ ਹੱਥ 'ਚ ਫੜੇ ਵੱਡੇ ਲਿਫਾਫੇ 'ਚੋਂ ਪੇਂਟਿੰਗ ਕੱਢ ਕੇ ਮੈਨੂੰ ਫੜਾ ਦਿੱਤੀ। ਆਹ ਮੇਰੀ ਇੱਕ ਪੇਂਟਿੰਗ ਹੈ ਤੁਹਾਡੇ ਲਈ। ਵਾਹ, ਸ਼ੁਕਰੀਆ ਜੀ। ਸਰ, ਇਹਨੂੰ ਖੋਲ੍ਹ ਕੇ ਵੇਖ ਸਕਦੀ ਹਾਂ ਜੀ? ਹਾਂ ਹਾਂ, ਜ਼ਰੂਰ ਦੇਖੋ, ਤੁਹਾਡੇ ਲਈ ਇਹ। ਵਾਹ, ਕਮਾਲ ਦੀ ਪੇਂਟਿੰਗ। ਉਹ ਸੱਚਮੁੱਚ ਬੜੀ ਖੂਬਸੂਰਤ ਕਲਾਕ੍ਰਿਤ ਸੀ।
ਮੈਂ ਉਸ ਨੂੰ ਵੇਖ ਕੇ ਕਿਸੇ ਕੀਮਤੀ ਸ਼ੈ ਵਾਂਗ ਮੁੜ ਲਿਫਾਫੇ 'ਚ ਪਾਇਆ ਅਤੇ ਆਪਣੀ ਲਾਗਲੀ ਕੁਰਸੀ ਉੱਪਰ ਰੱਖ ਦਿੱਤੀ। ਸਰ, ਅੱਜ ਇੱਧਰ ਅਚਾਨਕ ਕਿਵੇਂ ਆਉਣੇ ਹੋਏ? ਅੱਜ ਮੇਰੀ ਵਿੱਦਿਅਕ ਮੁਕਾਬਲਿਆਂ ਵਿੱਚ ਡਿਊਟੀ ਲੱਗੀ ਸੀ ਬਰਨਾਲੇ। ਮੈਨੂੰ ਪਤਾ ਤੁਸੀਂ ਇੱਥੇ ਪੜ੍ਹਾਉਂਦੇ ਹੋ, ਸੋਚਿਆ ਜਾਂਦਾ ਜਾਂਦਾ ਤੁਹਾਨੂੰ ਮਿਲ ਜਾਵਾਂ। ਉਸਨੇ ਹਲਕਾ ਜਿਹਾ ਮੁਸਕਰਾਉਂਦਿਆਂ ਫਿਰ ਇਸ ਤਰ੍ਹਾਂ ਨੀਵੀਂ ਪਾ ਲਈ ਜਿਵੇਂ ਕੋਈ ਸ਼ਰਮਾਕਲ ਬੱਚਾ ਕੁਝ ਬੋਲਦਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚਣ ਲੱਗ ਪਿਆ ਹੋਵੇ। ਤੁਹਾਡੇ ਬੱਚੇ? ਉਸਨੇ ਨੀਵੀਂ ਚੁੱਕਦਿਆਂ ਅਗਲਾ ਸਵਾਲ ਪੁੱਛਿਆ। ਇੱਕ ਮੁੰਡਾ ਹੈ ਜੀ, ਮੇਰੀ ਇੱਕ ਕੁੜੀ ਹੈ, ਉਸਨੇ ਬਿਨਾਂ ਪੁੱਛੇ ਹੀ ਦੱਸ ਦਿੱਤਾ। ਮੈਡਮ ਵੀ ਟੀਚਰ ਨੇ? ਨਹੀਂ ਜੀ, ਉਹ ਥੋੜ੍ਹਾ ਜਿਹਾ ਹਿਚਕਿਚਾਇਆ ਅਤੇ ਫਿਰ ਬੋਲਿਆ, ਉਹਨਾਂ ਦੀ ਮੌਤ ਹੋ ਗਈ ਸੀ 2012 ਵਿੱਚ। ਉਸਦੀ ਆਵਾਜ਼ ਤਰਲ ਹੋ ਗਈ ਸੀ। ਉਹ ਬੇਹੱਦ ਅਫਸੋਸ ਦੀ ਗੱਲ ਹੈ। ਮੈਨੂੰ ਸੁਣ ਕੇ ਸੱਚਮੁੱਚ ਦੁੱਖ ਹੋਇਆ। ਚਾਹ ਆ ਗਈ। ਅਸੀਂ ਸਕੂਲ ਬਾਰੇ, ਬੱਚਿਆਂ ਬਾਰੇ, ਆਪਣੇ ਨਾਲ ਪੜ੍ਹਦੇ ਹੋਰ ਮੁੰਡੇ ਕੁੜੀਆਂ ਬਾਰੇ ਗੱਲਾਂ ਕਰਦੇ ਰਹੇ। ਉਸਨੇ ਦੱਸਿਆ ਕਿ ਉਹ ਪੇਂਟਿੰਗ ਵਿੱਚ ਬਹੁਤ ਵੱਡੇ ਵੱਡੇ ਅਵਾਰਡ ਜਿੱਤ ਚੁੱਕਿਆ ਹੈ। ਵੱਡੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਵੀ ਉਹ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾ ਚੁੱਕਾ ਹੈ। ਵਾਪਸ ਜਾਂਦਿਆਂ ਉਸਨੇ ਮੇਰਾ ਨੰਬਰ ਲੈ ਕੇ ਆਪਣੇ ਮੋਬਾਈਲ ਵਿੱਚ ਐਡ ਕਰ ਲਿਆ ਅਤੇ ਮੈਨੂੰ ਮਿਸ ਕਾਲ ਮਾਰ ਦਿੱਤੀ। ਕਈ ਦਿਨ ਉਸਦਾ ਕੋਈ ਫੋਨ ਜਾਂ ਮੈਸੇਜ ਨਾ ਆਇਆ। ਇਸ ਤਰ੍ਹਾਂ ਅਕਸਰ ਹੁੰਦਾ ਹੈ। ਕੋਈ ਨਾਲ ਪੜ੍ਹਦਾ ਮਿਲ ਜਾਂਦਾ ਹੈ, ਫੋਨ ਨੰਬਰਾਂ ਦਾ ਵਟਾਂਦਰਾ ਹੁੰਦਾ ਹੈ, ਪਰ ਫਿਰ ਆਪੋ ਆਪਣੀ ਕੰਮੀ ਰੁੱਝ ਜਾਂਦੇ ਹਨ। ਉਸਦਾ ਮਿਲਣਾ ਵੀ ਇਸ ਤਰ੍ਹਾਂ ਭੁੱਲ ਭੁਲਾਈ ਜਾਂਦਾ ਜੇ ਉਸਦੀ ਪੇਂਟਿੰਗ ਲੌਬੀ ਵਿੱਚ ਨਾ ਲੱਗੀ ਹੁੰਦੀ। ਇਸ ਪੇਂਟਿੰਗ ਅਤੇ ਇਸ ਪੇਂਟਿੰਗ ਬਾਰੇ ਮੈਂ ਆਪਣੇ ਹਸਬੈਂਡ ਨੂੰ ਦੱਸ ਦਿੱਤਾ ਸੀ ਕਿ ਮੇਰੇ ਨਾਲ ਪੜ੍ਹਦਾ ਮੁੰਡਾ ਇੰਨੀ ਤਰੱਕੀ ਕਰ ਗਿਆ ਹੈ, ਪਰ ਉਸਨੇ ਕੋਈ ਦਿਲਚਸਪੀ ਨਾ ਲਈ, ਨਾ ਪੇਂਟਿੰਗ ਵਿੱਚ, ਨਾ ਪੇਂਟਿੰਗ ਵਾਲੇ ਵਿੱਚ। ਕਈ ਦਿਨਾਂ ਬਾਅਦ ਅਚਾਨਕ ਉਸਨੇ ਮੇਰੇ WhatsApp 'ਤੇ ਆਪਣੀਆਂ 3-4 ਪੇਂਟਿੰਗਾਂ ਭੇਜ ਦਿੱਤੀਆਂ। ਉਸਦੀ ਕਲਾ 'ਤੇ ਸੱਚਮੁੱਚ ਰਸ਼ਕ ਆਉਂਦਾ ਸੀ। ਇੰਨੀ ਖੂਬਸੂਰਤੀ ਨਾਲ ਉਹ ਕਿਵੇਂ ਅਜਿਹੇ ਦ੍ਰਿਸ਼ ਸਿਰਜ ਲੈਂਦਾ ਹੈ। ਮੈਂ ਅਜੇ ਇਸੇ ਹੈਰਾਨੀ 'ਚੋਂ ਨਿਕਲੀ ਸਾਂ ਕਿ ਉਸਦੇ ਅਗਲੇ ਮੈਸੇਜ ਨੇ ਮੈਨੂੰ ਹੋਰ ਹੈਰਾਨੀ ਵਿੱਚ ਧੱਕ ਦਿੱਤਾ। ਤੁਹਾਡੇ ਪੇਂਟਿੰਗ ਦੇ ਸ਼ੌਂਕ ਦਾ ਕੀ ਬਣਿਆ ਹੈ? ਮੇਰੇ ਸ਼ੌਂਕ ਦਾ ਇਹਨੂੰ ਕਿੱਥੋਂ ਪਤਾ ਚੱਲ ਗਿਆ? ਦਬੂ ਸੁਭਾਅ ਦੀ ਹੋਣ ਕਰਕੇ ਮੈਂ ਕਿਸੇ ਨੂੰ ਆਪਣੇ ਸ਼ੌਂਕ ਬਾਰੇ ਦੱਸਿਆ ਵੀ ਨਹੀਂ ਸੀ। ਡਾਈਟ ਵਿੱਚ ਆਰਟ ਵਾਲੀ ਮੈਡਮ ਦਾ ਦਿੱਤਾ ਕੰਮ ਮੈਂ ਬੜੀਆਂ ਰੀਝਾਂ ਨਾਲ ਕਰਦੀ ਸੀ। ਮੇਰੇ ਹੁਣ ਯਾਦ ਆ ਰਿਹਾ ਹੈ, ਆਰਟ ਵਾਲੀ ਮੈਡਮ ਸਭ ਤੋਂ ਵੱਧ ਤਾਰੀਫ ਮੇਰੇ ਅਤੇ ਗੁਰਜੀਤ ਦੇ ਕੰਮ ਦੀ ਕਰਦੀ ਸੀ। ਮੈਨੂੰ ਰੰਗ ਪਿਆਰੇ ਲੱਗਦੇ ਸਨ। ਰੰਗਾਂ ਨਾਲ ਖੇਡਣਾ ਮੈਨੂੰ ਸਕੂਨ ਦਿੰਦਾ ਸੀ। ਮੈਂ ਆਪਣੇ ਸ਼ੌਂਕ ਘਰ ਵਿੱਚ ਪਾਲਣ ਲੱਗ ਪਈ ਸਾਂ। ਮੇਰੇ ਲਈ, ਮੇਰੇ ਸ਼ੌਂਕ ਲਈ ਘਰ ਦਾ ਮਾਹੌਲ ਦਮਘੋਟੂ ਸੀ। ਘਰ ਵਿੱਚ ਚਾਹੇ ਅਮੀਰੀ ਸੀ, ਪਰ ਹਰ ਗੱਲ ਉੱਪਰ ਬੰਧਨ ਸੀ। ਹਰ ਕਦਮ ਘਰਦਿਆਂ ਦੀਆਂ ਹਦਾਇਤਾਂ ਨਾਲ ਅੱਗੇ ਟਿਕਦਾ ਸੀ। ਇੱਕ ਦਿਨ ਮੈਂ ਚੁਬਾਰੇ 'ਚ ਬੈਠੀ ਆਪਣੇ ਘਰ ਦੇ ਮਾਹੌਲ ਨੂੰ ਰੰਗਾਂ ਵਿੱਚ ਚਿੱਤਰ ਰਹੀ ਸੀ। ਪੇਂਟਿੰਗ ਵਿੱਚ ਇੱਕ ਸੋਨ ਰੰਗੇ ਪਿੰਜਰੇ ਵਿੱਚ ਇੱਕ ਕੁੜੀ ਬੈਠੀ ਹੈ, ਜਿਸ ਦਾ ਅੱਧਾ ਰੂਪ ਕੁੜੀ ਦਾ ਹੈ, ਅੱਧਾ ਚਿੜੀ ਦਾ। ਪਿੰਜਰੇ ਦੇ ਸਰੀਆਂ ਦੀ ਜਗ੍ਹਾ ਬੰਦੇ ਜੜੇ ਹੋਏ ਹਨ। ਆਲੇ ਦੁਆਲੇ ਵੀ ਅਤੇ ਉੱਪਰ ਹੇਠਾਂ ਵੀ ਉਹਨਾਂ ਬੰਦਿਆਂ ਦੇ ਜਿਸਮਾਂ 'ਤੇ ਤਿੱਖੀਆਂ ਕਿਰਚਾਂ ਉੱਗੀਆਂ ਹੋਈਆਂ ਹਨ। ਮੈਂ ਉਸ ਪੇਂਟਿੰਗ ਨੂੰ ਆਖਰੀ ਛੁਹਾਅ ਦੇ ਰਹੀ ਸਾਂ ਕਿ ਉੱਪਰ ਚੁਬਾਰੇ ਵਿੱਚ ਪਿਤਾ ਜੀ ਆ ਗਏ। ਆਹ ਕੰਮ 'ਤੇ ਤਾਂ ਬਥੇਰਾ ਲੱਗੀ ਰਹਿੰਦੀ ਹੈ, ਪੜ੍ਹ ਵੀ ਲਿਆ ਕਰ ਪੂਰਾ। ਬਥੇਰਾ ਪੈਸਾ ਵਹਾਇਆ ਤੇਰੇ 'ਤੇ, ਪਹਿਲਾਂ ਕੁਛ ਬਣ, ਇਹ ਕੰਜਰ ਕਿੱਤੇ ਜਦੋਂ ਮਰਜ਼ੀ ਕਰ ਲਈ। ਉਹਨਾਂ ਨੇ ਮੇਰੇ ਵੱਲ ਅੱਖਾਂ ਕੱਢੀਆਂ। ਮੇਰੇ ਹੱਥ ਕੰਬ ਗਏ। ਰੰਗਾਂ ਦੀ ਸ਼ੀਸ਼ੀ ਮੇਰੀ ਪੇਂਟਿੰਗ ਉੱਪਰ ਡੁੱਲ ਗਈ। ਮੇਰੇ ਹੰਝੂ ਰੰਗਾਂ ਵਿੱਚ ਘੁਲ ਗਏ। ਮੈਂ ਹਰਖ ਵਿੱਚ ਪੇਂਟਿੰਗ ਪਾੜ ਦਿੱਤੀ। ਮੈਂ ਰੰਗਾਂ ਤੋਂ ਅੱਖਾਂ ਫੇਰ ਲਈਆਂ। ਮੇਰੀ ਜ਼ਿੰਦਗੀ ਬੇਰੰਗ ਹੋ ਗਈ। ਪੇਂਟਿੰਗ ਕਰਦੇ ਉਂਝਾਂ ਛੱਡ ਦਿੱਤੀ। ਉਸਦੇ ਦੁਬਾਰਾ ਆਏ ਮੈਸੇਜ ਨਾਲ ਮੇਰੀ ਸੁਰਤ ਪਰਤੀ।
ਤੁਹਾਨੂੰ ਕਿਵੇਂ ਪਤਾ ਮੈਨੂੰ ਪੇਂਟਿੰਗ ਦਾ ਸ਼ੌਂਕ ਸੀ? ਤੁਹਾਡੇ ਗੁਆਂਢੀ ਮੁੰਡੇ ਨੇ ਦੱਸਿਆ ਸੀ। ਇੱਥੇ ਡਾਈਟ 'ਚ ਵੀ ਮੈਂ ਤੇਰੀ ਆਰਟ ਵੇਖਦਾ ਰਹਿੰਦਾ ਸੀ। ਤੈਨੂੰ ਇੱਕ ਗੱਲ ਦਾ ਹੋਰ ਵੀ ਪਤਾ ਨਹੀਂ ਹੋਣਾ। ਕਿਹੜੀ? ਮੈਂ ਕੋਈ ਹੋਰ ਰਾਜ਼ ਖੋਲ੍ਹਣ ਦੀ ਆਸ ਵਿੱਚ ਪੁੱਛਿਆ। ਤੇਰੀ ਇੱਕ ਪੇਂਟਿੰਗ ਮੈਂ ਆਰਟ ਵਾਲੀ ਮੈਡਮ ਤੋਂ ਪੁੱਛ ਕੇ ਘਰ ਲੈ ਗਿਆ ਸੀ। ਉਹ ਹੁਣ ਵੀ ਮੇਰੇ ਕੋਲ ਪਈ ਹੈ। ਕਿਉਂ? ਕਿਉਂਕਿ ਉਹ ਮੈਨੂੰ ਵਧੀਆ ਲੱਗੀ। ਮੈਂ ਮੈਡਮ ਤੋਂ ਪੁੱਛ ਕੇ ਲੈ ਗਿਆ। ਮੇਰੇ ਬਾਰੇ ਹੋਰ ਕੀ ਪਤਾ? ਤੁਹਾਡੇ ਘਰ ਚਵਾਰਾ ਹੈਗਾ ਨਾ? ਉਸਨੇ ਉਲਟਾ ਮੈਨੂੰ ਇਹ ਸਵਾਲ ਪੁੱਛ ਲਿਆ। ਹਾਂ ਹੈਗਾ। ਤੈਨੂੰ ਤੇਰੇ ਘਰ ਦੇ ਹੋਰ ਕੁੜੀਆਂ ਵਾਂਗ ਅੰਦਰ ਬਾਹਰ ਬਹੁਤ ਘੱਟ ਜਾਣ ਦਿੰਦੇ ਸੀ। ਤੂੰ ਚਵਾਰੇ ਦੀ ਖਿੜਕੀ ਵਿੱਚ ਬੈਠੀ ਬਾਹਰ ਵੱਲ ਵੇਖਦੀ ਰਹਿੰਦੀ। ਉਹ ਦੱਸ ਰਿਹਾ ਸੀ, ਪਰ ਮੈਂ ਆਪਣੀ ਸੁਰਤੀ ਵਿੱਚ ਅਜੇ ਉਸੇ ਖਿੜਕੀ ਵਿੱਚ ਜਾ ਬੈਠੀ ਸਾਂ। ਮੈਂ ਉੱਥੇ ਬੈਠੀ ਅਸਮਾਨ 'ਚ ਖੰਭਾਂ ਵਰਗੇ ਚਿੱਟੇ ਬੱਦਲ ਵੇਖਦੀ। ਕਦੇ ਕਲਪਨਾ ਕਰਦੀ ਮੇਰੇ ਇਹਨਾਂ ਬੱਦਲਾਂ ਦੇ ਖੰਭ ਲੱਗ ਜਾਣ, ਮੈਂ ਉੱਡ ਕੇ ਸਾਰੀ ਦੁਨੀਆ ਵੇਖਾਂ, ਜਿੱਥੇ ਜੀ ਕਰੇ ਜਾਵਾਂ। ਮੈਂ ਉੱਡਦੇ ਪੰਛੀ ਵੇਖਦੀ। ਮੈਨੂੰ ਡੁੱਬਦਾ ਸੂਰਜ ਚੰਗਾ ਲੱਗਦਾ। ਦੁਪਹਿਰ ਤੋਂ ਸ਼ਾਮ 'ਚ ਘੁਲਦਾ ਸੁਰਮਈ ਰੰਗ ਵੇਖਦੀ। ਬਾਣਾਂ ਤੋਂ ਪਾਰ ਵੱਡੀ ਸੜਕ ਉੱਪਰ ਭੱਜੇ ਜਾਂਦੇ ਵਾਹਨਾਂ ਦੀ ਗੂੰਜ ਦਾ ਸੰਗੀਤ ਸੁਣਦੀ। ਜੀ ਕਰਦਾ ਮੈਂ ਵੀ ਇਹਨਾਂ ਵਾਂਗ ਲੰਬੇ ਸਫ਼ਰ 'ਤੇ ਜਾਵਾਂ। ਤੈਨੂੰ ਹੋਰ ਕੁੜੀਆਂ ਨਾਲ ਵਸਦੇ ਜਾਣ ਦਾ ਚਾਅ ਸੀ, ਪਰ ਘਰ ਵਾਲੇ ਤੈਨੂੰ ਆਪ ਛੱਡ ਕੇ ਤੇ ਛੁੱਟੀ ਵੇਲੇ ਲੈ ਕੇ ਜਾਂਦੇ। ਇੱਕ ਦਿਨ ਤੇਰਾ ਭਰਾ ਲੇਟ ਹੋ ਗਿਆ ਸੀ। ਤੂੰ ਹੋਰ ਕੁੜੀਆਂ ਨਾਲ ਵਸਦੇ ਘਰ ਆ ਗਈ। ਮੈਂ ਸੁਣਿਆ ਸੀ ਉਸ ਦਿਨ ਘਰਦਿਆਂ ਨੇ ਤੈਨੂੰ ਗਾਲਾਂ ਦਿੱਤੀਆਂ ਸਨ। ਗੁਰਜੀਤ ਦਾ ਇਹ ਮੈਸੇਜ ਮੈਂ 2-3 ਵਾਰ ਪੜ੍ਹਿਆ। ਉਹ ਦਿਨ ਮੇਰੀਆਂ ਅੱਖਾਂ ਅੱਗੇ ਫਿਰ ਸਾਕਾਰ ਹੋ ਗਿਆ। ਮੈਨੂੰ ਘਰਦਿਆਂ ਦੀ ਹਦਾਇਤ ਹੁੰਦੀ ਸੀ, ਤੂੰ ਬਸ ਤੇ ਨਹੀਂ ਆਉਣਾ, ਅਸੀਂ ਆਪ ਹੀ ਲੈ ਕੇ ਛੱਡ ਕੇ ਆਵਾਂਗੇ। ਪਰ ਮੈਂ ਹੋਰ ਮੁੰਡੇ ਕੁੜੀਆਂ ਵਾਂਗ ਜਿਉਣਾ ਚਾਹੁੰਦੀ ਸਾਂ। ਇਸ ਤਰ੍ਹਾਂ ਮੇਰਾ ਦਮ ਘੁੱਟਦਾ ਸੀ। ਜੀ ਕਰਦਾ ਸੀ ਚੀਕ ਚੀਕ ਕੇ ਕਹਾਂ, ਮੈਨੂੰ ਖੁੱਲ੍ਹ ਕੇ ਸਾਹ ਤਾਂ ਲੈ ਲੈਣ ਦਿਓ। ਪਰ ਮੈਂ ਤਾਂ ਘਰਦਿਆਂ ਦੀ ਸ਼ਰੀਫ ਕੁੜੀ, ਅੱਖਾਂ ਚੁੱਕ ਕੇ ਵੇਖਣ ਦੀ ਹਿੰਮਤ ਵੀ ਮੇਰੇ ਵਿੱਚ ਨਹੀਂ ਸੀ। ਫਿਰ ਮੂੰਹੋਂ ਬੋਲ ਪੈਣਾ ਤਾਂ ਸੰਭਵ ਹੀ ਨਹੀਂ ਸੀ। ਮਰਿਆਦਾ ਦੇ ਜਿੰਦੇ ਮੇਰੀ ਹਰ ਹਰਕਤ 'ਤੇ ਲੱਗੇ ਹੋਏ ਸਨ। ਉਹ ਇੱਕਦਮ ਆਫਲਾਈਨ ਹੋ ਗਿਆ। ਇਸ ਮੈਸੇਜ ਤੋਂ ਬਾਅਦ ਉਸ ਦਾ ਕੋਈ ਮੈਸੇਜ ਨਹੀਂ ਆਇਆ। ਮੇਰੇ ਦਿਮਾਗ ਵਿੱਚ ਕਿੰਨੇ ਹੀ ਸਵਾਲ ਉੱਗ ਆਏ ਸਨ। ਉਹ ਮੇਰੇ ਬਾਰੇ ਇੰਨਾ ਕਿਉਂ ਜਾਣਦਾ ਹੈ? ਕਿਸ ਲਈ ਜਾਣਦਾ ਹੈ? ਹੁਣ ਇੰਨੇ ਸਾਲਾਂ ਬਾਅਦ ਕਿਉਂ ਦੱਸ ਰਿਹਾ ਹੈ? ਉਹ ਕੀ ਕਰ ਰਿਹਾ ਹੈ? ਕੀ ਚਾਹੁੰਦਾ ਹੈ? ਸਭ ਕੁਝ ਮੇਰੀ ਸਮਝ ਤੋਂ ਬਾਹਰ ਸੀ। ਮੇਰੀ ਪੇਂਟਿੰਗ ਤੋਂ ਨਜ਼ਰ ਹਟੀ ਤੇ ਮੇਰੇ ਚੇਤਿਆਂ 'ਚ ਮੇਰੀ ਉਹ ਪਿੰਜਰੇ ਵਾਲੀ ਅਧੂਰੀ ਪੇਂਟਿੰਗ ਸਾਕਾਰ ਹੋ ਗਈ। ਇੱਕ ਅਦਿੱਖ ਪਿੰਜਰਾ ਹਮੇਸ਼ਾ ਮੇਰੇ ਅੰਗ ਸੰਗ ਰਿਹਾ ਹੈ। ਜਦੋਂ ਘਰ ਵਿੱਚ ਮੈਨੂੰ ਵਿਆਹ ਦੇਣ ਦੀਆਂ ਗੱਲਾਂ ਚੱਲਣ ਲੱਗੀਆਂ ਸਨ ਤਾਂ ਮੇਰਾ ਅੰਦਰ ਖਿੜਖਿੜ ਜਾਂਦਾ ਸੀ। ਅੰਦਰ ਖੁਸ਼ੀਆਂ ਨੱਚ ਉੱਠਦੀਆਂ ਸਨ। ਮੈਂ ਕਲਪਨਾ ਦੇ ਸੰਸਾਰ ਵਿੱਚ ਗੁਆਚ ਜਾਂਦੀ ਸਾਂ। ਹੁਸੀਨ ਖਿਆਲ ਮੇਰੇ ਚੇਤਿਆਂ 'ਚ ਘੁੰਮਣ ਘੇਰੀਆਂ ਲਗਾਉਂਦੇ ਸਨ। ਵੱਡੀ ਖੁਸ਼ੀ ਇਹ ਸੀ ਕਿ ਮੈਂ ਘਰਦਿਆਂ ਦੇ ਪਿੰਜਰੇ ਵਿੱਚੋਂ ਆਜ਼ਾਦ ਹੋ ਜਾਵਾਂਗੀ ਤੇ ਫਿਰ ਆਪਣੇ ਸਾਥੀ ਨਾਲ ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਭਰਾਂਗੀ, ਹਵਾਵਾਂ ਨਾਲ ਗੱਲਾਂ ਕਰਾਂਗੀ। ਜਿਸ ਦਿਨ ਮੇਰੇ ਪਤੀ ਮੈਨੂੰ ਵੇਖਣ ਆਏ ਸਨ, ਮੈਂ ਉਦਾਸ ਹੋ ਗਈ ਸਾਂ। ਮੇਰੀ ਕਲਪਨਾ ਵਿੱਚ ਤਾਂ ਸੋਹਣਾ ਸੁਨੱਖਾ ਗੱਭਰੂ ਸੀ, ਪਰ ਇਹ ਤਾਂ ਫਿਰ ਮਨ ਨੇ ਮੋੜਾ ਖਾਧਾ। ਜ਼ਰੂਰੀ ਨਹੀਂ ਸੋਹਣੇ ਮਨ ਦੇ ਵੀ ਸੋਹਣੇ ਹੋਣ। ਸਾਰੀ ਜ਼ਿੰਦਗੀ ਕੱਟਣ ਲਈ ਸੂਰਤ ਨਾਲੋਂ ਸੀਰਤ ਵੱਧ ਅਹਿਮੀਅਤ ਰੱਖਦੀ ਹੈ। ਮੇਰੇ ਸਰਦਾਰ ਜੀ ਮੇਰਾ ਹੁਸਨ ਵੇਖ ਕੇ ਮੈਨੂੰ ਝੱਟ ਹਾਂ ਕਰ ਗਏ। ਮੇਰੇ ਘਰਦਿਆਂ ਤੋਂ ਵੀ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਉਹਨਾਂ ਦੀ ਕੁੜੀ ਲਈ ਉਹਨਾਂ ਤੋਂ ਵੀ ਤਿੱਗਣਾ ਵੱਧ ਅਮੀਰ ਜਵਾਈ ਮਿਲਿਆ ਸੀ। 40 ਕਿੱਲੇ ਵਾਹਣ, ਮਹਿਲ ਵਰਗੀ ਕੋਠੀ ਤੇ ਉੱਪਰੋਂ BSNL ਵਿੱਚ JE ਦੀ ਨੌਕਰੀ। ਅਸੀਂ ਜੱਟ ਸਾਂ ਤੇ ਉਹ ਜੱਦੀ ਪੁਸ਼ਤੀ ਸਰਦਾਰ। ਮਹੀਨੇ ਕੁ ਬਾਅਦ ਮੈਨੂੰ ਮਹਿਸੂਸ ਹੋਇਆ ਸੀ ਮੈਂ ਆਜ਼ਾਦ ਕਿੱਥੇ ਹੋ ਗਈ ਸਾਂ। ਮੈਨੂੰ ਤੇ ਇੱਕ ਪਿੰਜਰੇ ਵਿੱਚੋਂ ਦੂਸਰੇ ਪਿੰਜਰੇ ਵਿੱਚ ਸੁੱਟ ਦਿੱਤਾ ਸੀ।
ਮੇਰੇ ਪਤੀ ਦੇ ਖੂਨ 'ਚ ਅਜੇ ਵੀ ਪਿਤਾ ਪੁਰਖੀ ਸਰਦਾਰੀ ਵਾਲੀ ਹੈਂਕੜ ਸੀ। ਉਹ ਮੈਥੋਂ ਬੂਟ ਪਵਾਉਂਦਾ, ਬੂਟ ਲਹਾਉਂਦਾ, ਰੋਟੀ ਤੋਂ ਲੈ ਕੇ ਹਰ ਨਿੱਕੀ ਮੋਟੀ ਚੀਜ਼ ਜਿੱਥੇ ਵੀ ਉਹ ਬੈਠਾ ਹੁੰਦਾ ਆਵਾਜ਼ ਮਾਰ ਦਿੰਦਾ, ਮੈਨੂੰ ਫੜਾ ਕੇ ਆਉਣੀ ਪੈਂਦੀ। ਕਦੇ ਕਦੇ ਉਹ ਪੈਗ ਲਾ ਕੇ ਆਪਣੀ ਸਰਦਾਰੀ ਦੀਆਂ ਡੀਂਗਾਂ ਮਾਰਨ ਲੱਗ ਜਾਂਦਾ। ਮੈਂ ਆਪਣੇ ਆਪ ਨੂੰ ਉਸ ਅੱਗੇ ਹੋਰ ਛੋਟਾ ਮਹਿਸੂਸ ਹੋਇਆ ਕਰਦੀ। ਕਦੇ ਸੱਸ ਆਪਣੇ ਪੁਰਖਿਆਂ ਦੇ ਕਿੱਸੇ ਸੁਣਾਉਂਦੀ, ਮੈਨੂੰ ਅਹਿਸਾਸ ਕਰਵਾਉਂਦੀ ਕਿ ਸਾਡਾ ਖਾਨਦਾਨ ਤੇਰੇ ਤੋਂ ਬਹੁਤ ਉੱਚਾ ਹੈ। ਮੈਨੂੰ ਲੱਗਦਾ ਜਿਵੇਂ ਉਹ ਮੈਨੂੰ ਤਾੜ ਰਹੀ ਹੋਵੇ ਕਿ ਆਪਣੀ ਔਕਾਤ ਵਿੱਚ ਰਹੀਂ। ਮੈਨੂੰ ਹਰ ਕੰਮ ਲਈ ਇੱਥੋਂ ਇਜਾਜ਼ਤ ਲੈਣੀ ਪੈਂਦੀ। ਇੱਕ ਦਿਨ ਮੇਰੇ ਮਨ 'ਚ ਆਈ, ਚਲੋ ਹੋਰ ਨਹੀਂ ਤਾਂ ਮੈਂ ਘਰ ਬੈਠੀ ਪੇਂਟਿੰਗ ਤਾਂ ਕਰ ਸਕਦੀ ਹਾਂ। ਮੈਂ ਸਰਦਾਰ ਜੀ ਤੋਂ ਪੇਂਟਿੰਗ ਕਰਨ ਵਾਲੇ ਇਜਾਜ਼ਤ ਮੰਗੀ। ਲੈ ਜ਼ਰੂਰੀ ਹੈ ਗੰਦ 'ਚ ਹੱਥ ਮਾਰਨਾ? ਤੂੰ ਮੈਨੂੰ ਦੱਸ ਕਿਹੜੀ ਫੋਟੋ ਚਾਹੀਦੀ ਹੈ, ਮੈਂ ਲਿਆ ਦਿੰਦਾ। ਉਹ ਤਾਂ ਕਹਿ ਦਿੰਦੀ ਹੈ ਮੇਰੇ ਕੋਲ ਟਾਈਮ ਨਹੀਂ। ਫਿਰ ਟਾਈਮ ਕਿੱਥੋਂ ਕੱਢੇਂਗੀ? ਅੱਧੇ ਤੋਂ ਵੱਧ ਦਿਨ ਤੇਰਾ ਸਕੂਲ ਵਿੱਚ ਲੰਘ ਜਾਂਦਾ ਹੈ, ਫਿਰ ਘਰ ਵੀ ਸੰਭਾਲਣਾ ਹੁੰਦਾ। ਮੈਂ ਉਸ ਨੂੰ ਕਹਿਣਾ ਚਾਹੁੰਦੀ ਸਾਂ, ਹੋਰ ਕੁਛ ਨਹੀਂ ਮੰਗਦੀ, ਬਸ ਜ਼ਿੰਦਗੀ ਲਿਆ ਦੇ ਮੈਨੂੰ, ਪਰ ਕਹਿ ਨਾ ਸਕੀ। ਮੈਨੂੰ ਤਾਂ ਬਚਪਨ ਤੋਂ ਹੁਣ ਤੱਕ ਹਰ ਗੱਲ 'ਤੇ ਨੀਵੀਂ ਪਾ ਲੈਣਾ ਸਿਖਾਇਆ ਗਿਆ ਸੀ। ਮੈਨੂੰ ਤਾਂ ਦੱਸਿਆ ਗਿਆ ਸੀ ਵੱਡਿਆਂ ਅੱਗੇ ਜ਼ੁਬਾਨ ਖੋਲ੍ਹਣਾ ਚਰਿੱਤਰ ਦੀ ਮਾੜੀ ਨਿਸ਼ਾਨੀ ਹੁੰਦੀ ਹੈ। ਮੈਨੂੰ ਤਾਂ ਹਰ ਗੱਲ ਮੰਨ ਲੈਣ ਦੀ ਸਿਖਲਾਈ ਦਿੱਤੀ ਗਈ ਸੀ। ਹਾਂ, ਮਨ ਇਹ ਜ਼ਰੂਰ ਸੋਚਦਾ ਸੀ, ਮੈਂ ਹੋਰਾਂ ਵਾਂਗੂ ਵੱਡੀ ਕਦੋਂ ਹੋਵਾਂਗੀ ਜਦੋਂ ਆਪਣੀ ਗੱਲ ਮਨਾ ਲਵਾਂ। ਮੈਂ ਆਪਣਾ ਮਨ ਮਾਰ ਲਿਆ, ਸ਼ੌਂਕ ਮਾਰ ਲਏ। ਬੱਦਲਾਂ ਤੱਕ ਪੌੜੀ ਲਾ ਲੈਣ ਵਾਲੇ ਮੇਰੇ ਖਿਆਲ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ, ਬਸ ਇੰਨੇ ਕੁ ਰਸਤੇ ਦੀ ਮਿਣਤੀ ਕਰਨ ਲਈ ਰਾਖਵੇਂ ਹੋ ਗਏ। ਮੈਂ ਰੰਗਾਂ ਵੱਲੋਂ ਅੱਖਾਂ ਮੀਟ ਲਈਆਂ। ਰੰਗ ਬਰੰਗੀਆਂ ਤਸਵੀਰਾਂ ਬਣਾਉਂਦੇ ਮੇਰੇ ਖਿਆਲ ਟੁੱਟੇ ਬੁਰਸ਼ਾਂ ਵਾਂਗ ਕੂੜੇਦਾਨ ਵਿੱਚ ਜਾ ਡਿੱਗੇ। ਜਦੋਂ ਬੇਟੇ ਨੇ ਜਨਮ ਲੈ ਲਿਆ, ਫਿਰ ਤਾਂ ਮੈਂ ਉਸ ਵਿੱਚ ਇੰਨੀ ਖੁੱਭ ਗਈ ਕਿ ਮੇਰੇ ਚਿੱਤ ਚੇਤੇ ਵੀ ਨਾ ਰਿਹਾ ਕਿ ਰੰਗਾਂ ਨਾਲ ਵੀ ਮੇਰਾ ਕਦੇ ਕੋਈ ਸਾਂਝ ਸੀ। ਅਚਾਨਕ ਇੰਨੇ ਸਾਲਾਂ ਬਾਅਦ ਰੰਗਾਂ ਵਾਲੀ ਇਹ ਪੇਂਟਿੰਗ ਮੇਰੇ ਡਰਾਇੰਗ ਰੂਮ ਵਿੱਚ ਆ ਲੱਗੀ ਹੈ। ਘਰ ਵਿੱਚ ਇੱਧਰ ਉੱਧਰ ਫਿਰਦਿਆਂ ਮੈਂ ਇਹ ਤਸਵੀਰ ਵੇਖਦੀ ਹਾਂ। ਮੈਨੂੰ ਹੁਣ ਦੁਬਾਰਾ ਰੰਗਾਂ ਦਾ ਖਿਆਲ ਆਉਣ ਲੱਗੇ ਹਨ। ਇਹ ਤਸਵੀਰ ਨੂੰ ਵੇਖ ਕੇ ਮੈਂ ਕਲਪਨਾ ਕਰਦੀ ਹਾਂ, ਮਨ 'ਚ ਕਿੰਨੀਆਂ ਹੀ ਕਹਾਣੀਆਂ ਬੁਣਦੀ ਹਾਂ। ਗੁਰਜੀਤ ਦੀ ਮੇਰੇ ਬਾਰੇ ਇੰਨੀ ਜਾਣਕਾਰੀ ਇਕੱਠੀ ਕਰ ਲੈਣ ਵਾਲੀ ਕਹਾਣੀ ਦਾ ਸਿਰਾ ਮੈਨੂੰ ਅਜੇ ਵੀ ਨਹੀਂ ਲੱਭਿਆ ਹੈ। ਹੌਲੀ ਹੌਲੀ ਮੈਨੂੰ ਉਸ ਦੇ ਮੈਸੇਜ ਦੀ ਉਡੀਕ ਹੋਣ ਲੱਗੀ ਸੀ। 10 ਕੁ ਦਿਨਾਂ ਬਾਅਦ ਮੈਂ ਸਕੂਲੋਂ ਆ ਕੇ ਅਜੇ ਚਾਹ ਪੀਣ ਹੀ ਲੱਗੀ ਸੀ ਕਿ ਉਸ ਦਾ ਮੈਸੇਜ ਆ ਗਿਆ। ਸਤਿ ਸ਼੍ਰੀ ਅਕਾਲ ਜੀ, ਘਰ ਸਭ ਠੀਕ ਹੈ? ਹਾਂਜੀ, ਸਭ ਓਕੇ। ਮੈਂ ਕਾਲ ਕਰ ਸਕਦਾ? ਉਸਨੇ ਪੁੱਛਿਆ। ਹਾਂ ਹਾਂ, ਕਰ ਸਕਦੇ ਹੋ। ਮੇਰਾ ਮਨ ਅੰਦਰੋਂ ਇੰਜ ਉਛਲਿਆ ਜਿਵੇਂ ਇਸੇ ਦੀ ਉਡੀਕ ਵਿੱਚ ਬੈਠੀ ਹੋਵਾਂ। ਸਰਦਾਰ ਜੀ ਦਫ਼ਤਰ ਸਨ। ਸੱਸ ਮੇਰੀ ਨਨਾਣ ਕੋਲ ਗਈ ਹੋਈ ਸੀ। ਮੈਂ ਝੱਟ ਹਰੀ ਝੰਡੀ ਦੇ ਦਿੱਤੀ। ਸਕੂਲ ਵਧੀਆ ਚੱਲ ਰਿਹਾ ਏ? ਮੈਂ ਫ਼ੋਨ 'ਤੇ ਉਸ ਦੀ ਆਵਾਜ਼ ਪਹਿਲੀ ਵਾਰ ਸੁਣੀ। ਹਾਂਜੀ, ਬਹੁਤ ਵਧੀਆ। ਤੁਸੀਂ ਸੁਣਾਓ, ਪੇਂਟਿੰਗ ਦਾ ਕਿਵੇਂ ਚੱਲ ਰਿਹਾ? ਬਹੁਤ ਵਧੀਆ ਜੀ, ਬਸ ਲੱਗੇ ਰਹੀਦਾ। ਤੁਹਾਡੇ ਮੰਮੀ ਡੈਡੀ ਸਭ ਠੀਕ ਨੇ? ਹਾਂਜੀ, ਸਭ ਠੀਕ ਠਾਕ। ਤੁਹਾਡੇ ਮੰਮੀ, ਤੁਹਾਡੇ ਡੈਡੀ ਮੈਂ ਇੱਕ ਵਾਰ ਦੇਖੇ ਜਦੋਂ ਪਹਿਲੀ ਵਾਰ ਤੁਹਾਡੀ ਫੀਸ ਭਰਵਾਉਣ ਲਈ ਤੁਹਾਡੇ ਨਾਲ ਡਾਈਟ ਆਏ ਸੀ। ਉਸ ਦੀ ਗੱਲ ਸੁਣ ਕੇ ਮੈਂ ਚਕਿਤ ਰਹਿ ਗਈ। ਇਹਦੇ ਕੋਲ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਮੇਰੇ ਬਾਰੇ ਇੰਨੀ ਜਾਣਕਾਰੀ ਕਿਵੇਂ ਹੈ? ਇੱਕ ਗੱਲ ਦੱਸੋ ਸਰ, ਤੁਹਾਨੂੰ ਮੇਰੇ ਬਾਰੇ ਇੰਨੀ ਜਾਣਕਾਰੀ ਕਿਵੇਂ ਹੈ? ਇਸ ਦਾ ਰਾਜ਼ ਕੀ ਹੈ? ਹੁਣ ਮੇਰੀ ਉਤਸੁਕਤਾ ਹੱਦੋਂ ਟੱਪ ਗਈ ਸੀ। ਇਸ ਵਿੱਚ ਕੋਈ ਰਾਜ਼ ਹੈ? ਜੇ ਪੁੱਛਣਾ ਚਾਹੁੰਦੇ ਹੋ ਤਾਂ ਦੱਸ ਦਿੰਦਾ ਹਾਂ, ਪਰ ਮੇਰੀ ਗੱਲ ਦਾ ਬੁਰਾ ਨਾ ਮਨਾਇਓ। ਨਹੀਂ ਨਹੀਂ ਜੀ, ਬੁਰਾ ਕਿਉਂ ਮਨਾਉਣਾ? ਅਸਲ ਵਿੱਚ ਮੈਂ ਤੁਹਾਨੂੰ ਚਾਹੁੰਦਾ ਸੀ ਪਰ ਕਦੇ ਬੋਲ ਕੇ ਨਾ ਕਹਿ ਸਕਿਆ। ਓ ਮਾਈ ਗॉड, ਮੈਂ ਹੈਰਾਨ ਰਹਿ ਗਈ। ਪਲੀਜ਼ ਮੇਰੀ ਗੱਲ ਦਾ ਬੁਰਾ ਨਾ ਮਨਾਇਓ। ਮੇਰੇ ਮਨ 'ਚ ਤੁਹਾਡੇ ਪ੍ਰਤੀ ਕੋਈ ਬੁਰੀ ਭਾਵਨਾ ਨਹੀਂ ਹੈ। ਮੇਰਾ ਮਨ ਸੀ ਕਿ ਇੱਕ ਵਾਰੀ ਮੈਂ ਤੁਹਾਡੇ ਬਾਰੇ ਰਹੀ ਮੇਰੀ ਇਸ ਭਾਵਨਾ ਬਾਰੇ ਜ਼ਰੂਰ ਦੱਸਾਂ। ਇੱਕ ਵਾਰ ਦੱਸ ਕੇ ਹੁਣ ਮੇਰੇ ਮਨ ਤੋਂ ਜਿਵੇਂ ਭਾਰ ਜਿਹਾ ਲਹਿ ਗਿਆ ਹੋਵੇ। ਜੋ ਉਹ ਬੋਲ ਰਿਹਾ ਸੀ ਉਸ ਦਾ ਸੱਚ ਉਸ ਦੀ ਆਵਾਜ਼ ਵਿੱਚੋਂ ਝਲਕ ਰਿਹਾ ਸੀ। ਮੈਂ ਸੱਚਮੁੱਚ ਉਸ ਦੀ ਗੱਲ ਦਾ ਬੁਰਾ ਨਹੀਂ ਮਨਾਇਆ, ਪਰ ਹਾਂ, ਹੈਰਾਨ ਜ਼ਰੂਰ ਸਾਂ
ਕਿ ਇੰਨੇ ਸਾਲ ਉਸ ਨੂੰ ਇਸ ਗੱਲ ਨੂੰ ਆਪਣੇ ਮਨ 'ਚ ਕਿੰਝ ਲਈ ਫਿਰਦਾ ਰਿਹਾ। ਮੈਨੂੰ ਇਸ ਦਾ ਅੱਜ ਪਤਾ ਲੱਗਦਾ ਹੈ। ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਮੇਰੀ ਉਤਸੁਕਤਾ ਉਵੇਂ ਬਰਕਰਾਰ ਸੀ। ਪਤਾ ਕੀ ਕਾਰਨ ਸੀ? ਉਹ ਪ੍ਰਸ਼ਨ ਵਰਗਾ ਇੱਕ ਵਾਕ ਬੋਲ ਕੇ ਥੋੜ੍ਹੀ ਦੇਰ ਰੁਕਿਆ ਅਤੇ ਫਿਰ ਬਿਨਾਂ ਕੋਈ ਹੁੰਗਾਰਾ ਉਡੀਕੇ ਆਪ ਹੀ ਦੱਸਣ ਲੱਗ ਪਿਆ। ਅਸਲ ਵਿੱਚ ਜਿਸ ਦਿਨ ਮੈਂ ਤੁਹਾਨੂੰ ਪਹਿਲੇ ਦਿਨ ਵੇਖਿਆ, ਮੈਨੂੰ ਲੱਗਿਆ ਮੇਰੇ ਸੁਪਨਿਆਂ ਦੀ ਕੁੜੀ ਤੁਸੀਂ ਹੋ। ਉਸ ਦਿਨ ਤੋਂ ਮੈਂ ਤੁਹਾਡੇ 'ਤੇ ਨਜ਼ਰ ਰੱਖਣ ਲੱਗ ਪਿਆ। ਥੋੜ੍ਹੇ ਦਿਨਾਂ ਬਾਅਦ ਮੈਨੂੰ ਤੁਹਾਡੇ ਸ਼ੌਂਕ ਦਾ ਪਤਾ ਲੱਗਿਆ। ਤੁਹਾਨੂੰ ਵੀ ਇਹੀ ਬਿਮਾਰੀ ਸੀ ਜੋ ਮੈਨੂੰ ਲੱਗੀ ਹੋਈ ਸੀ। ਉਹ ਹਲਕਾ ਜਿਹਾ ਹੱਸਿਆ, ਜਿਵੇਂ ਕਿਸੇ ਨੇ ਤਰੇਲ ਧੋਤੀ ਟਾਹਣੀ ਹਿਲਾ ਦਿੱਤੀ ਹੋਵੇ ਅਤੇ ਤਿਪ ਤਿਪ ਕਰਦੇ ਤੁਪਕੇ ਹੇਠਾਂ ਡਿੱਗੇ ਹੋਣ। ਰਾਤਾਂ ਨੂੰ ਤੈਨੂੰ ਯਾਦ ਕਰਨਾ, ਤੇਰੇ ਸੁਪਨੇ ਆਉਣੇ ਆਮ ਜਿਹਾ ਹੋ ਗਿਆ ਸੀ। ਇਹ ਸਭ ਮੇਰੇ ਮਨ ਨੂੰ ਸਕੂਨ ਵੀ ਦਿੰਦਾ ਸੀ। ਮੈਂ ਤੈਨੂੰ ਕਹਿਣਾ ਵੀ ਚਾਹੁੰਦਾ ਸੀ, ਪਰ ਝਿਜਕ ਸੀ ਜਿਹੜੀ ਮੇਰੀ ਜ਼ੁਬਾਨ ਨੂੰ ਤਾਲਾ ਲਾਈ ਰੱਖਦੀ ਸੀ। ਮੈਂ ਐਵੇਂ ਝੱਲਿਆਂ ਵਾਲੀਆਂ ਕਲਪਨਾਵਾਂ ਕਰਦਾ ਕਿ ਮੇਰੇ ਦਿਲ ਦੀ ਗੱਲ ਹੈ, ਮੈਂ ਮੂੰਹੋਂ ਬੋਲਾਂ ਵੀ ਨਾ ਤਾਂ ਤੈਨੂੰ ਪਤਾ ਵੀ ਚੱਲ ਜਾਵੇ। ਹਾ 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 ਹਾ। ਐਂ ਭਲਾ ਕਿਵੇਂ ਹੋ ਸਕਦਾ ਸੀ? ਮੈਂ ਤਾਂ ਹੁਣ ਤੱਕ ਆਪਣੇ ਦੋਸਤਾਂ ਨੂੰ ਵੀ ਇਹ ਗੱਲ ਨਹੀਂ ਦੱਸੀ। ਇਹ ਨਹੀਂ ਕਿ ਮੈਂ ਬਿਲਕੁਲ ਵੀ ਕੋਸ਼ਿਸ਼ ਨਹੀਂ ਕੀਤੀ। ਇੱਕ ਵਾਰ ਕੋਸ਼ਿਸ਼ ਕੀਤੀ ਸੀ। ਉਹ ਥੋੜ੍ਹਾ ਵਕਫਾ ਲੈਣ ਲਈ ਰੁਕ ਗਿਆ। ਕਿਵੇਂ? ਹੁਣ ਮੈਂ ਸਾਰੀ ਗੱਲ ਜਾਣਨ ਦੀ ਕਾਹਲ ਹੋ ਗਈ। ਉਸਦਾ ਰੁਕਣਾ ਮੈਨੂੰ ਚੰਗਾ ਨਹੀਂ ਸੀ ਲੱਗਿਆ। ਜਦੋਂ ਆਪਣੀ ਟੀਪੀ ਲੱਗੀ ਸੀ, ਉਹ ਅੱਗੇ ਬੋਲਿਆ। ਹਾਂ, ਮੈਂ ਉਸਦੇ ਬੋਲਾਂ ਦਾ ਹੁੰਗਾਰਾ ਭਰਿਆ। ਮੈਂ ਆਪਣੇ ਫਿਜ਼ੀਕਲ ਵਾਲੇ ਸਰ ਦੀ ਡਿਊਟੀ ਸਾਡੇ ਨਾਲ ਲਾਈ ਸੀ। ਸਾਡੇ ਨਾਲ ਸੀ। ਇੱਕ ਦਿਨ ਉਹ ਕਹਿੰਦੇ ਕਿ ਜੇ ਤੁਹਾਡੇ 'ਚੋਂ ਕਿਸੇ ਨੇ ਕੋਈ ਕੁੜੀ ਪਸੰਦ ਕਰ ਰੱਖੀ ਹੈ ਤਾਂ ਦੱਸ ਦਿਓ, ਮੈਂ ਗੱਲ ਤੋਰ ਕੇ ਵੇਖ ਲਵਾਂਗਾ। ਇੱਕ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਚਲਾ ਗਿਆ। ਮੈਂ ਉਹਨਾਂ ਨੂੰ ਝਿਜਕਦੇ ਕਹਿ ਦਿੱਤਾ, ਸਰ ਮੇਰੀ ਗੱਲ ਰੂਬਲ ਨਾਲ ਤੋਰ ਕੇ ਵੇਖ ਲਓ ਜੀ, ਤੁਹਾਨੂੰ ਕਿੰਨਾ ਬਹਾਨਾ ਆਉਂਦਾ ਹੈ। ਉਹਨਾਂ ਨੇ ਪਹਿਲਾ ਸਵਾਲ ਇਹੀ ਪੁੱਛਿਆ। 4 ਕਿੱਲੇ ਨੇ ਜੀ। ਫੇਰ ਨਹੀਂ ਤੇਰੀ ਗੱਲ ਬਣਨੀ। ਉਹਨਾਂ ਦਾ ਤਾਂ ਵੱਡਾ ਕੰਮ ਹੈ, ਉਹ ਤਾਂ 20-25 ਕਿੱਲੇ ਭਾਲਦੇ ਹੋਣੇ, ਕੋਈ ਹੋਰ ਦੇਖ ਲੈ। ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਹਿ ਦਿੱਤਾ ਜਿਵੇਂ ਮੈਂ ਮੰਡੀ 'ਚੋਂ ਗੰਢਿਆਂ ਦਾ ਰੇਟ ਪੁੱਛ ਰਿਹਾ ਹੋਵਾਂ। ਅੱਗੋਂ ਦੁਕਾਨਦਾਰ ਕਹੇ, ਨਹੀਂ ਇਹ ਮੋਟੇ ਅਤੇ ਮਹਿੰਗੇ ਨੇ, ਆਹ ਬਰੀਕ ਸਸਤੇ ਨੇ, ਇਹ ਲੈ ਜਾ। ਉਸ ਦਿਨ ਤੋਂ ਬਾਅਦ ਮੈਂ ਤੇਰੀ ਮੁਹੱਬਤ ਦਿਲ 'ਚ ਸਾਂਭ ਲਈ ਅਤੇ ਆਪਣੀ ਜ਼ੁਬਾਨ ਨੂੰ ਖਾਮੋਸ਼ੀ ਦਾ ਤਾਲਾ ਮਾਰ ਲਿਆ। ਫਿਰ ਆਪਣਾ ਕੋਰਸ ਪੂਰਾ ਹੋਇਆ। ਨੌਕਰੀ ਲਈ ਧਰਨੇ ਮੁਜ਼ਾਹਰੇ ਸ਼ੁਰੂ ਹੋਏ। ਡਾਈਟ ਤੋਂ ਨਿਕਲਣ ਤੋਂ ਬਾਅਦ ਮੈਨੂੰ ਕਦੀ ਵੀ ਨਜ਼ਰ ਨਹੀਂ ਆਈ। ਫਿਰ ਮੇਰਾ ਵਿਆਹ ਹੋ ਗਿਆ, ਬੱਚੀ ਹੋਈ। ਮੈਂ ਉੱਧਰ ਰਚ ਮਿਚ ਗਿਆ। ਤੇਰਾ ਖਿਆਲ ਮੇਰੇ ਮਨ 'ਚ ਮੰਨਫੀ ਹੁੰਦਾ ਗਿਆ। ਹਾਂ, ਕਦੇ ਸਫਾਈ ਕਰਦਿਆਂ ਗਰੁੱਪ ਫੋਟੋ ਹੱਥ ਲੱਗ ਜਾਂਦੀ ਤਾਂ ਮੇਰੇ ਉਹ ਗੱਲਾਂ ਫਿਰ ਚੇਤੇ ਆ ਜਾਂਦੀਆਂ। ਮੈਂ ਤੈਨੂੰ ਕੁਝ ਦੇਰ ਨਿਹਾਰਦਾ ਅਤੇ ਫਿਰ ਬਸ। ਹੁਣ ਕਈ ਦਿਨ ਹੋਏ, ਤੇਰੀ ਇੱਕ ਸਹੇਲੀ ਮੈਨੂੰ ਫੇਸਬੁੱਕ 'ਤੇ ਫਰੈਂਡ ਰਿਕੁਐਸਟ ਆਈ ਸੀ। ਮੈਂ ਉਸਦੀ ਵਾਲ ਖੋਲ੍ਹ ਕੇ ਘੋਖਣ ਲੱਗਿਆ ਤਾਂ ਵਿੱਚ ਤੇਰੀ ਫੋਟੋ ਨਜ਼ਰ ਆ ਗਈ ਅਤੇ ਬਸ ਹੁਣ ਤੈਨੂੰ ਸਭ ਕੁਝ ਦੱਸ ਕੇ ਭਾਰ ਮੁਕਤ ਹੋ ਗਿਆ ਹਾਂ। ਹਾ 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 ਹਾ। ਉਹ ਹੱਸਿਆ ਪਰ ਮੈਂ ਨਹੀਂ ਹੱਸੀ। ਜੜ ਹੋ ਗਈ ਸਾਂ। ਕਿੰਨੀਆਂ ਸੋਚਾਂ, ਕਿੰਨੇ ਖਿਆਲ ਮੇਰੇ ਅੰਦਰ ਖੌਰੂ ਪਾਉਣ ਲੱਗ ਪਏ ਸਨ। ਮੈਨੂੰ ਗੁੱਸਾ ਆ ਰਿਹਾ ਸੀ, ਪਤਾ ਨਹੀਂ ਆਪਣੇ ਆਪ 'ਤੇ ਜਾਂ ਉਸ 'ਤੇ ਜਾਂ ਦੋਵਾਂ 'ਤੇ। ਚੰਗਾ ਜੀ, ਕੋਈ ਫ਼ੋਨ ਆ ਰਿਹਾ ਹੈ, ਮੈਂ ਫਿਰ ਕਰੂੰਗਾ। ਉਸਨੇ ਫ਼ੋਨ ਕੱਟ ਦਿੱਤਾ। ਮੈਂ ਮਹਿਸੂਸ ਕੀਤਾ ਮੇਰੀਆਂ ਅੱਖਾਂ ਵਿੱਚ ਪਾਣੀ ਸਿਮ ਆਇਆ ਸੀ। ਹੁਣ ਕਿੰਨੇ ਦਿਨ ਹੋ ਗਏ ਉਸਦਾ ਕੋਈ ਮੈਸੇਜ ਨਾ ਆਇਆ ਅਤੇ ਨਾ ਹੀ ਕੋਈ ਫ਼ੋਨ। ਮੈਨੂੰ ਉਸਦੇ ਫ਼ੋਨ ਦੀ ਉਡੀਕ ਹੈ। ਵਟਸਐਪ ਵੀ ਵਾਰ-ਵਾਰ ਚੈੱਕ ਕਰ ਰਹੀ ਹਾਂ, ਪਰ ਉਸਦਾ ਕੋਈ ਮੈਸੇਜ ਨਹੀਂ। ਸੱਚ ਪੁੱਛੋਂ ਤਾਂ ਹੁਣ ਮੈਨੂੰ ਰੰਗ ਨਜ਼ਰ ਆਉਣ ਲੱਗੇ ਹਨ। ਕੋਈ ਹਲਕਾ ਚਾਅ ਅੰਦਰੋਂ ਉੱਠਣ ਲੱਗਿਆ ਹੈ, ਜਿਵੇਂ ਦਿਲ ਦੇ ਬਹਾਰ ਦੇ ਮੌਸਮ ਪਰਤ ਆਈ ਹੋਵੇ। ਹਜ਼ਾਰਾਂ ਸੁਗੰਧਿਤ ਫੁੱਲ ਖਿੜ ਰਹੇ ਹੋਣ। ਮੇਰੀ ਨਜ਼ਰ ਪੇਂਟਿੰਗ 'ਤੇ ਜਾ ਟਿਕੀ ਹੈ। ਮੈਂ ਇਸ ਪੇਂਟਿੰਗ ਵਿੱਚ ਇੱਕ ਬਦਲਾਅ ਕਰਨਾ ਚਾਹੁੰਦੀ ਹਾਂ।
ਇਸ ਮੀਂਹ ਵਾਲੀ ਸ਼ਾਮ ਦੀ ਥਾਂ ਬਸੰਤ ਦੀ ਖਿੜੀ ਧੁੱਪ ਵਿੱਚ ਸੋਹਣੇ ਫੁੱਲ ਖਿੜਾ ਦੇਵਾਂ ਤਾਂ ਕਿ ਆਉਣ ਵਾਲਾ ਜਲਦੀ ਪਰਤ ਆਵੇ। ਮੋਬਾਈਲ ਉੱਤੇ WhatsApp ਮੈਸੇਜ ਦੀ ਟਿਊਨ ਵੱਜੀ ਹੈ। ਮੈਂ ਚੁੱਕ ਕੇ ਵੇਖਦੀ ਹਾਂ, ਗੁਰਜੀਤ ਦਾ ਮੈਸੇਜ ਹੈ। ਮੈਂ ਫੁੱਲਾਂ ਵਾਂਗ ਖਿੜ ਜਾਂਦੀ ਹਾਂ। ਮੈਸੇਜ ਖੋਲ੍ਹ ਕੇ ਵੇਖਿਆ ਹੈ, ਇੱਕ ਸੋਹਣੀ ਜਿਹੀ ਕੁੜੀ ਦੀ ਫੋਟੋ ਹੈ। ਸ਼ਾਇਦ ਆਪਣੀ ਪਤਨੀ ਦੀ ਫੋਟੋ ਵਿਖਾ ਰਿਹਾ ਹੋਵੇਗਾ। ਫਿਰ ਮੈਂ ਵੀ ਪੁੱਛ ਲਿਆ, ਇਹ ਕਿਸ ਦੀ ਹੈ? ਪਹਿਲਾਂ ਚੰਗੀ ਤਰ੍ਹਾਂ ਵੇਖੋ, ਬਿਲਕੁਲ ਤੁਹਾਡੇ ਵਰਗੀ ਹੈ ਨਾ? ਹਾਂ, ਮੇਰੇ ਵਰਗੀ ਹੈ, ਪਰ ਹੈ ਕਿਸ ਦੀ? ਮੈਂ ਚਾਹੁੰਦੀ ਸੀ ਉਹ ਐਵੇਂ ਬੁਝਾਰਤਾਂ ਜਿਹੀਆਂ ਨਾ ਪਾਈ ਜਾਵੇ, ਛੇਤੀ ਗੱਲ ਨਿਬੇੜੇ ਅਤੇ ਕੋਈ ਹੋਰ ਗੱਲ ਕਰੇ। ਮੈਂ ਵੀ ਉਸ ਨੂੰ ਬੜਾ ਕੁਝ ਦੱਸਣਾ ਚਾਹੁੰਦੀ ਸਾਂ। ਇਹਨੂੰ ਵੀ ਤੇਰੇ ਵਾਂਗ ਪੇਂਟਿੰਗ ਦਾ ਸ਼ੌਂਕ ਹੈ। ਇੱਕ ਦਿਨ ਚੰਡੀਗੜ੍ਹ ਪ੍ਰਦਰਸ਼ਨੀ ਦੇਖਣ ਆਈ ਸੀ। ਫਿਰ ਮੇਰਾ ਦਿਲ ਧੜਕਿਆ। ਹੁਣ ਅਸੀਂ ਦੋਵੇਂ ਇੱਕ ਹੋ ਗਏ ਹਾਂ। ਮੈਨੂੰ ਜਾਪਿਆ ਜਿਵੇਂ ਉਸਨੇ ਇੱਕ ਵਾਕ ਨਹੀਂ ਬੋਲਿਆ, ਸਗੋਂ ਭਖਦਾ ਅੰਗਿਆਰ ਮੇਰੇ ਦਿਲ 'ਤੇ ਰੱਖ ਦਿੱਤਾ ਹੋਵੇ। ਮੈਂ ਮੋਬਾਈਲ ਪਰਾਂ ਵਗਾਹ ਮਾਰਿਆ। ਮੇਰਾ ਅੰਦਰਲਾ ਦਰਦ ਅੱਖਾਂ ਰਾਹੀਂ ਛਲਕ ਆਇਆ। ਦਿਲ 'ਚੋਂ ਹੂਕ ਉੱਠੀ, ਚੰਦਰਿਆ ਤੂੰ ਆ ਜਾਂਦਾ। ਅਜੇ ਹੁਣੇ ਤਾਂ ਮੌਸਮ ਠੀਕ ਹੋਇਆ ਸੀ। ਮੈਂ ਭਰੀਆਂ ਅੱਖਾਂ ਨਾਲ ਉਸ ਪੇਂਟਿੰਗ ਵੱਲ ਵੇਖਦੀ ਹਾਂ। ਪੇਂਟਿੰਗ ਵਿਚਲੀ ਉਹੀ ਕੁੜੀ ਮੈਂ ਹਾਂ ਅਤੇ ਉਹ ਮੌਸਮ ਅਜੇ ਵੀ ਠੀਕ ਨਹੀਂ ਹੈ। ਧੰਨਵਾਦ।